फ्रेंड्स, सत श्री अकाल। अज ਆਪਾਂ ਮਿਤੀ 24/10/2020 ਦੀ ਪੈਸ ਸ਼ੀਟ 48 ਕਰਨ ਜਾ ਰਹੇ ਹਾਂ। ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਅਤੇ ਅੰਤ ਤੱਕ ਮੇਰੇ ਨਾਲ ਜ਼ਰੂਰ ਬਣੇ ਰਹੋਗੇ। ਤਾਂ ਦੇਖੋ, ਆਪਣਾ ਪਹਿਲਾ ਵਿਸ਼ਾ ਪੰਜਾਬੀ। ਸਾਡੇ ਜੀਵਨ ਵਿੱਚ ਰੁੱਖਾਂ ਦਾ ਬਹੁਤ ਹੀ ਮਹੱਤਵ ਹੈ। ਮਨੁੱਖ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਰੁੱਖਾਂ ਤੋਂ ਹੁੰਦੀ ਹੈ। ਰੁੱਖਾਂ ਤੋਂ ਹੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਨੂੰ ਭੋਜਨ ਦੀ ਪ੍ਰਾਪਤੀ ਹੁੰਦੀ ਹੈ। ਰੇਸ਼ਮ ਦਾ ਕੀੜਾ ਵੀ ਰੁੱਖਾਂ 'ਤੇ ਪਲਦਾ ਹੈ, ਜਿਸ ਤੋਂ ਰੇਸ਼ਮੀ ਕੱਪੜਾ ਤਿਆਰ ਕੀਤਾ ਜਾਂਦਾ ਹੈ। ਸ਼ੁੱਧ ਹਵਾ ਸਾਡੇ ਜੀਵਨ ਦਾ ਆਧਾਰ ਹੈ। ਰੁੱਖ ਦਾ ਸਭ ਤੋਂ ਵੱਡਾ ਲਾਭ ਹੈ ਕਿ ਇਹ ਹਵਾ ਨੂੰ ਸਾਫ਼ ਕਰਦੇ ਹਨ। ਰੁੱਖਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ। ਰੁੱਖ ਬਿਨਾਂ ਧਰਤੀ ਉੱਪਰ ਜੀਵਨ ਸੰਭਵ ਨਹੀਂ ਹੈ। ਆਪਣੇ ਜੀਵਨ ਦਾ ਭਵਿੱਖ ਸੁਰੱਖਿਅਤ ਕਰਨ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਅਤੇ ਪਾਲਣੇ ਚਾਹੀਦੇ ਹਨ। ਤਾਂ ਦੇਖੋ ਫਰੈਂਡਸ, ਇਸ ਪੈਰੇ ਦੇ ਵਿੱਚ ਆਪਾਂ ਨੂੰ ਰੁੱਖ ਦੀ ਮਹੱਤਤਾ ਦੱਸੀ ਗਈ ਹੈ। ਤਾਂ ਹੁਣ ਆਪਾਂ ਇਸ ਦੇ ਰਿਲੇਟਿਡ ਪ੍ਰਸ਼ਨ ਉੱਤਰ ਕਰਾਂਗੇ। ਦੇਖੋ, ਆਪਣਾ ਪਹਿਲਾ ਪ੍ਰਸ਼ਨ, ਕਿਸ ਤੋਂ ਬਿਨਾਂ ਧਰਤੀ ਉੱਤੇ ਜੀਵਨ ਸੰਭਵ ਨਹੀਂ ਹੈ? ਰੁੱਖਾਂ ਤੋਂ ਬਿਨਾਂ। ਹਾਂ ਫਰੈਂਡਸ, ਆਪਣਾ ਆਪਸ਼ਨ ਨੰਬਰ 1 ਰੁੱਖਾਂ ਤੋਂ ਬਿਨਾਂ ਬਿਲਕੁਲ ਸਹੀ ਹੈ, ਕਿਉਂਕਿ ਆਪਾਂ ਮੋਬਾਈਲ, ਟੈਲੀਵਿਜ਼ਨ, ਕੰਪਿਊਟਰ ਤੋਂ ਬਿਨਾਂ ਵੀ ਆਪਾਂ ਜ਼ਿੰਦਗੀ ਗੁਜ਼ਾਰ ਸਕਦੇ ਹਾਂ, ਪਰ ਰੁੱਖਾਂ ਤੋਂ ਬਿਨਾਂ ਸਾਡਾ ਜੀਵਨ ਬਿਲਕੁਲ ਵੀ ਸੰਭਵ ਨਹੀਂ ਹੈ। ਪ੍ਰਸ਼ਨ ਨੰਬਰ 2, ਰੇਸ਼ਮ ਦਾ ਕੀੜਾ ਵੀ ਰੁੱਖਾਂ 'ਤੇ ਪਲਦਾ ਹੈ। ਇਸ ਸਤਰ ਵਿੱਚ ਤੇ ਨਾਲ ਕਿਸ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਹੋਈ ਹੈ? ਵਿਸਮਿਕ ਚਿੰਨ੍ਹ, ਪੁੱਠੇ ਕਾਮੇ, ਛੁੱਟ ਮਰੋੜੀ ਤੇ ਪ੍ਰਸ਼ਨ ਚਿੰਨ੍ਹ। ਫਰੈਂਡਸ ਦੇਖੋ, ਆਪਾਂ ਨੂੰ ਪਤਾ ਹੈ ਕਿ ਇਸ ਵਿੱਚ ਵਿਸਮਕ ਚਿੰਨ੍ਹ ਅਤੇ ਪ੍ਰਸ਼ਨ ਚਿੰਨ੍ਹ ਦੀ ਵਰਤੋਂ ਨਹੀਂ ਹੋਈ ਗਈ ਹੈ। ਵਿਸਮਕ ਚਿੰਨ੍ਹ ਐਦਾਂ ਦਾ ਹੁੰਦਾ ਹੈ ਅਤੇ ਪ੍ਰਸ਼ਨ ਚਿੰਨ੍ਹ ਐਦਾਂ ਦਾ ਹੁੰਦਾ ਹੈ। ਤਾਂ ਪੁੱਠੇ ਕਾਮੇ, ਜਦੋਂ ਕੋਈ ਗੱਲ ਬੋਲਦਾ ਹੈ ਤਾਂ ਆਪਾਂ ਉਸਨੂੰ ਇੰਨ ਬਿੰਨ ਕਰਕੇ ਲਿਖਣਾ ਹੁੰਦਾ ਹੈ, ਤਾਂ ਪੁੱਠੇ ਕਾਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇੱਥੇ ਛੁੱਟ ਮਰੋੜੀ ਦੀ ਵਰਤੋਂ ਕੀਤੀ ਗਈ ਹੈ। ਜੇ ਆਪਾਂ ਕਿਸੇ ਚੀਜ਼ ਨੂੰ ਦੇਖੋ, ਕਿਤੇ ਆਪਾਂ ਇੱਥੇ ਇਸ ਸਤਰ ਵਿੱਚ ਲਿਖਦੇ ਰੇਸ਼ਮ ਦਾ ਕੀੜਾ ਵੀ ਰੁੱਖਾਂ ਉੱਤੇ ਪਲਦਾ ਹੈ, ਕਿੱਥੇ ਆਪਾਂ ਛੁੱਟ ਮਰੋੜੀ ਦੀ ਸਹਾਇਤਾ ਨਾਲ ਲਿਖ ਦਿੱਤਾ ਰੇਸ਼ਮ ਦਾ ਕੀੜਾ ਵੀ ਰੁੱਖਾਂ 'ਤੇ ਪਲਦਾ ਹੈ, ਤਾਂ ਇਸ ਵਿੱਚ ਛੁੱਟ ਮਰੋੜੀ ਦੀ ਵਰਤੋਂ ਕੀਤੀ ਗਈ ਹੈ। ਆਪਣਾ ਥਰਡ ਆਪਸ਼ਨ ਛੁੱਟ ਮਰੋੜੀ ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ 3, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਧਰਤੀ ਦਾ ਸਮਾਨਾਰਥਕ ਸ਼ਬਦ ਨਹੀਂ ਹੈ? ਜੀਵਨ, ਭੂਮੀ, ਦਲੇਰ, ਪ੍ਰਿਥਵੀ। ਫਰੈਂਡਸ, ਧਰਤੀ ਦੇ ਸਮਾਨਾਰਥਕ ਸ਼ਬਦ ਇਹਨਾਂ ਵਿੱਚੋਂ ਜ਼ਮੀਨ, ਭੂਮੀ ਅਤੇ ਪ੍ਰਿਥਵੀ ਹਨ, ਪਰ ਦਲੇਰ ਜੋ ਸ਼ਬਦ ਹੈ ਉਹ ਧਰਤੀ ਦਾ ਸਮਾਨਾਰਥਕ ਨਹੀਂ ਹੈ। ਤਾਂ ਆਪਣਾ ਉੱਤਰ ਥਰਡ ਆਪਸ਼ਨ ਦਲੇਰ ਹੈ। ਅੱਗੇ ਦੇਖੋ ਪ੍ਰਸ਼ਨ ਨੰਬਰ 4, ਰੁੱਖ ਹਵਾ ਨੂੰ ਕਰਦੇ ਹਨ ਗੰਦਾ, ਸਾਫ਼, ਦੂਸ਼ਿਤ, ਬਹਾਦਰ। ਫਰੈਂਡਸ, ਇਹ ਆਪਾਂ ਨੂੰ ਪਤਾ ਹੈ ਕਿ ਰੁੱਖ ਹਵਾ ਨੂੰ ਸਾਫ਼ ਕਰਦੇ ਹਨ, ਤਾਂ ਆਪਣਾ ਪ੍ਰਸ਼ਨ ਨੰਬਰ 2 ਸਾਫ਼ ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ 5, ਕਿਹੜਾ ਕਥਨ ਸਹੀ ਨਹੀਂ ਹੈ? ਰੁੱਖ ਤੋਂ ਦਵਾਈ ਬਣਦੀ ਹੈ, ਰੁੱਖ ਲਗਾਉਣ ਦੀ ਲੋੜ ਨਹੀਂ ਹੈ, ਰੁੱਖ ਸਾਡੇ ਜੀਵਨ ਦਾ ਆਧਾਰ ਹਨ ਅਤੇ ਰੁੱਖ ਭੋਜਨ ਦਾ ਮੁੱਖ ਸੋਮਾ ਹਨ। ਫਰੈਂਡਸ, ਰੁੱਖਾਂ ਤੋਂ ਦਵਾਈ ਬਣਦੀ ਹੈ, ਆਪਣਾ ਇਹ ਕਥਨ ਵੀ ਬਿਲਕੁਲ ਸਹੀ ਹੈ। ਰੁੱਖ ਸਾਡੇ ਜੀਵਨ ਦਾ ਆਧਾਰ ਹਨ, ਇਹ ਵੀ ਬਿਲਕੁਲ ਸਹੀ ਹੈ। ਰੁੱਖ ਭੋਜਨ ਦਾ ਵੀ ਮੁੱਖ ਸੋਮਾ ਹਨ, ਇਹ ਵੀ ਸਹੀ ਹੈ। ਪਰ ਸਾਨੂੰ ਰੁੱਖ ਲਗਾਉਣ ਦੀ ਲੋੜ ਨਹੀਂ ਹੈ, ਇਹ ਬਿਲਕੁਲ ਗਲਤ ਹੈ, ਕਿਉਂਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਤਾਂ ਆਪਣਾ ਉੱਤਰ ਨੰਬਰ 2 ਰੁੱਖ ਲਗਾਉਣ ਦੀ ਲੋੜ ਨਹੀਂ ਹੈ ਬਿਲਕੁਲ ਸਹੀ ਹੈ। ਅੱਗੇ ਦੇਖੋ ਆਪਣੇ ਸਭ ਦਾ ਮਨਪਸੰਦ ਵਿਸ਼ਾ ਗਣਿਤ। ਹੇਠਾਂ ਦਿੱਤੇ ਕਰੰਸੀ ਨੋਟਾਂ ਦਾ ਮੁੱਲ ਦੇਖੋ ਫਰੈਂਡਸ, ਇੱਥੇ 10-10 ਰੁਪਏ ਦੇ 4 ਨੋਟ ਹਨ ਅਤੇ 2-2
2 ਨੋਟ 1 ਰੁਪਏ ਦੇ ਹਨ। ਤਾਂ 4 ਦਹਾਈਆਂ ਅਤੇ 2 ਇਕਾਈਆਂ ਮਿਲ ਕੇ ਬਣ ਗਏ 42। ਤਾਂ ਆਪਣਾ ਪਹਿਲਾ ਆਪਸ਼ਨ ਊੜਾ ਉੱਤਰ 42 ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ ਨੰਬਰ 2। ਕਿਹੜੇ 2 ਅੰਕਾਂ ਦੀ ਵਰਤੋਂ ਨਾਲ 2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖੀ ਜਾ ਸਕਦੀ ਹੈ? 1 ਅਤੇ 2, 1 ਅਤੇ 9, 2 ਅਤੇ 0, 1 ਅਤੇ 0। ਫਰੈਂਡਸ ਦੇਖੋ, ਜੇ ਆਪਾਂ ਕੋਈ ਸੰਖਿਆ ਲਿਖਣੀ ਹੁੰਦੀ ਹੈ ਤਾਂ ਆਪਾਂ ਉਸ ਵਿੱਚ 0 ਅੱਗੇ ਨਹੀਂ ਲਗਾ ਸਕਦੇ। ਕੋਈ ਵੀ ਛੋਟੀ ਤੋਂ ਛੋਟੀ ਸੰਖਿਆ ਵਿੱਚ ਆਪਾਂ 0 ਕਦੇ ਵੀ ਅੱਗੇ ਨਹੀਂ ਲਗਾ ਸਕਦੇ। ਤਾਂ ਆਪਾਂ ਛੋਟੇ ਤੋਂ ਵੱਡੇ ਵੱਲ ਵੱਧਦੇ ਹਾਂ। ਪਹਿਲਾਂ ਲੈਂਦੇ ਹਾਂ 1 ਅਤੇ 0। ਫਰੈਂਡਸ 0 ਆਪਾਂ ਅੱਗੇ ਲਗਾ ਨਹੀਂ ਸਕਦੇ, ਤਾਂ ਆਪਾਂ ਇਸ ਤੋਂ ਛੋਟੀ ਸੰਖਿਆ 10 ਬਣਾ ਸਕਦੇ ਹਾਂ। ਇਸ ਤੋਂ ਆਪਾਂ ਛੋਟੀ ਤੋਂ ਛੋਟੀ ਸੰਖਿਆ 10 ਬਣਾ ਸਕਦੇ ਹਾਂ। ਤਾਂ ਊੜੇ ਉੱਤਰ ਤੋਂ 1 ਅਤੇ 2 ਤੋਂ ਆਪਾਂ ਜੇ 2 ਨੂੰ ਅੱਗੇ ਕਰਾਂਗੇ ਤੇ 1 ਨੂੰ ਪਿੱਛੇ ਕਰਾਂਗੇ ਤਾਂ 21 ਬਣ ਜਾਵੇਗਾ। ਪਰ ਜੇ ਆਪਾਂ 1 ਨੂੰ ਅੱਗੇ ਰੱਖਾਂਗੇ ਅਤੇ 2 ਨੂੰ ਪਿੱਛੇ ਹੀ ਰੱਖਾਂਗੇ ਤਾਂ 12 ਬਣ ਜਾਵੇਗਾ, ਜੋ ਕਿ ਇਸ ਤੋਂ ਸਭ ਤੋਂ ਛੋਟੀ ਸੰਖਿਆ ਬਣ ਸਕਦੀ ਹੈ। ਅਤੇ 1 ਅਤੇ 9 ਤੋਂ ਜੇ ਆਪਾਂ 9 ਅੱਗੇ ਲਗਾ ਕੇ 1 ਪਿੱਛੇ ਲਗਾਈਏ ਤਾਂ 91 ਬਣ ਜਾਵੇਗਾ। ਪਰ ਜੇ ਆਪਾਂ 1 ਅੱਗੇ ਰੱਖੀਏ ਅਤੇ 9 ਪਿੱਛੇ ਰੱਖੀਏ ਤਾਂ 19 ਬਣੇਗਾ, ਜੋ ਇਸ ਦੀ ਸਭ ਤੋਂ ਛੋਟੀ ਸੰਖਿਆ ਹੈ 19। ਅੱਗੇ ਦੇਖੋ 2 ਅਤੇ 0। ਆਪਾਂ 0 ਨੂੰ ਅੱਗੇ ਨਹੀਂ ਲਗਾ ਸਕਦੇ, ਤਾਂ 2 ਅੱਗੇ ਲੱਗੇਗਾ ਅਤੇ ਇਸ ਦੀ ਛੋਟੀ ਤੋਂ ਛੋਟੀ ਸੰਖਿਆ ਬਣੇਗੀ 20। ਇਸ ਦੀ ਛੋਟੀ ਤੋਂ ਛੋਟੀ ਸੰਖਿਆ 20 ਬਣੇਗੀ। ਤਾਂ ਫਰੈਂਡਸ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਸੱਸਾ ਉੱਤਰ 1 ਅਤੇ 0 ਤੋਂ ਆਪਾਂ ਸਭ ਤੋਂ ਛੋਟੀ ਸੰਖਿਆ ਬਣਾ ਸਕਦੇ ਹਾਂ। ਤਾਂ ਆਪਣਾ ਉੱਤਰ ਐੜਾ 1 ਅਤੇ 0 ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ ਨੰਬਰ 3। ਹੇਠਾਂ ਦਿੱਤੀ ਤੱਕੜੀ ਨੂੰ ਧਿਆਨ ਨਾਲ ਦੇਖੋ ਅਤੇ ਸਹੀ ਕਥਨ ਚੁਣੋ। ਦੇਖੋ ਫਰੈਂਡਸ, ਇੱਥੇ ਆਪਾਂ ਦੇਖ ਸਕਦੇ ਹਾਂ ਕਿ ਪਪੀਤੇ ਦਾ ਪੱਲੜਾ ਨੀਚੇ ਨੂੰ ਹੈ ਅਤੇ ਅਮਰੂਦ ਦਾ ਪੱਲੜਾ ਉੱਤੇ ਨੂੰ ਹੈ। ਤਾਂ ਹੁਣ ਇਹਨਾਂ ਦੇ ਵਿੱਚੋਂ ਦੱਸਣਾ ਹੈ ਕਿ ਕਿਹੜਾ ਕਥਨ ਸਹੀ ਹੈ। ਪਪੀਤੇ ਦਾ ਭਾਰ ਅਮਰੂਦ ਦੇ ਭਾਰ ਤੋਂ ਵੱਧ ਹੈ। ਫਰੈਂਡਸ, ਪਪੀਤੇ ਦਾ ਭਾਰ ਅਮਰੂਦ ਦੇ ਭਾਰ ਤੋਂ ਵੱਧ ਹੈ, ਇਹ ਬਿਲਕੁਲ ਸਹੀ ਹੈ। ਅਮਰੂਦ ਦਾ ਭਾਰ ਪਪੀਤੇ ਦੇ ਭਾਰ ਤੋਂ ਵੱਧ ਹੈ। ਫਰੈਂਡਸ, ਇਹ ਗਲਤ ਹੈ। ਦੋਨਾਂ ਦਾ ਭਾਰ ਬਰਾਬਰ ਹੈ, ਇਹ ਵੀ ਗਲਤ ਹੈ ਕਿਉਂਕਿ ਪਪੀਤੇ ਦਾ ਭਾਰ ਅਮਰੂਦ ਤੋਂ ਜ਼ਿਆਦਾ ਹੈ। ਤੇ ਅੱਗੇ ਸੱਸਾ ਉੱਤਰ ਉਪਰੋਕਤ ਸਾਰੇ ਕਥਨ ਸਹੀ ਹਨ। ਫਰੈਂਡਸ, ਇਹ ਵੀ ਬਿਲਕੁਲ ਗਲਤ ਹੈ ਕਿਉਂਕਿ ਆਪਣੇ ਸਾਰੇ ਨਹੀਂ, ਸਿਰਫ ਊੜਾ ਉੱਤਰ ਹੀ ਸਹੀ ਹੈ। ਤਾਂ ਆਪਣਾ ਊੜਾ ਪਪੀਤੇ ਦਾ ਭਾਰ ਅਮਰੂਦ ਦੇ ਭਾਰ ਤੋਂ ਵੱਧ ਹੈ ਵੀ ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ ਨੰਬਰ 4। ਹੇਠਾਂ ਦਿੱਤੀ ਤਸਵੀਰ ਵਿੱਚ ਬੱਚਿਆਂ ਦੇ ਹੱਥ ਵਿੱਚ ਫੜੀ ਹੋਈ ਰੱਸੀ ਕਿਸ ਰੇਖਾ ਦਾ ਰੂਪ ਹੈ? ਫਰੈਂਡਸ ਦੇਖੋ, ਇਸ ਵਿੱਚ ਇਹਨਾਂ ਨੇ ਰੱਸੀ ਨੂੰ ਵਕਰ ਢੰਗ ਨਾਲ ਫੜਿਆ ਹੋਇਆ ਹੈ। ਤਾਂ ਹੁਣ ਆਪਾਂ ਇਹਨਾਂ ਦੀਆਂ ਆਪਸ਼ਨਾਂ ਦੇਖ ਕੇ ਸਹੀ ਉੱਤਰ ਦੇਣਾ ਹੈ। ਖੜਵੀ ਰੇਖਾ। ਫਰੈਂਡਸ, ਇਹ ਖੜਵੀ ਰੇਖਾ ਨਹੀਂ ਹੈ, ਨਾ ਹੀ ਇਹ ਤਿਰਛੀ ਰੇਖਾ ਹੈ ਅਤੇ ਨਾ ਹੀ ਇਹ ਲੇਟਵੀਂ ਰੇਖਾ ਹੈ। ਤਾਂ ਆਪਣਾ ਸੱਸਾ ਉੱਤਰ ਵਕਰ ਰੇਖਾ ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ ਨੰਬਰ 5। ਨਮੂਨੇ ਨੂੰ ਧਿਆਨ ਨਾਲ ਦੇਖੋ ਅਤੇ ਪੂਰਾ ਕਰੋ। ਫਰੈਂਡਸ ਦੇਖੋ, ਜੇ ਆਪਾਂ ਇਹਨਾਂ ਚਿੱਤਰਾਂ ਨੂੰ ਧਿਆਨ ਨਾਲ ਦੇਖੀਏ ਤਾਂ ਇਸ ਵਿੱਚ ਇੱਕ ਤੀਰ ਇੱਧਰ ਨੂੰ ਜਾਂਦਾ ਹੈ ਤੇ ਫਿਰ ਇੱਕ ਤੀਰ ਇੱਧਰ ਨੂੰ ਆਉਂਦਾ ਹੈ, ਇੱਕ ਤੀਰ ਇੱਧਰ ਨੂੰ ਜਾਂਦਾ ਹੈ ਅਤੇ ਇੱਕ ਤੀਰ ਇੱਧਰ ਨੂੰ ਆਉਂਦਾ ਹੈ, ਇੱਕ ਤੀਰ ਇੱਧਰ ਨੂੰ ਜਾਂਦਾ ਹੈ ਤਾਂ ਇੱਕ ਤੀਰ ਵੀ ਵਾਪਿਸ ਫਿਰ ਇੱਧਰ ਨੂੰ ਹੀ ਆਵੇਗਾ। ਤਾਂ ਹੁਣ ਆਪਾਂ ਇਹਨਾਂ 'ਚੋਂ ਦੇਖ ਸਕਦੇ ਹਾਂ ਕਿ ਊੜਾ ਉੱਤਰ ਦਾ ਚਿੱਤਰ, ਇਹ ਤੀਰ ਉੱਧਰ ਨੂੰ ਹੀ ਜਾ ਰਿਹਾ ਹੈ। ਤਾਂ ਆਪਣਾ ਊੜਾ ਉੱਤਰ ਬਿਲਕੁਲ ਸਹੀ ਹੈ। ਅੱਗੇ ਦੇਖੋ ਆਪਣਾ ਸਬਜੈਕਟ ਇੰਗਲਿਸ਼। The cry of the sparrow woke up Rashmi. Rashmi lived in a big house. ਚਿੜੀ ਦੀ ਆਵਾਜ਼ ਨੇ ਰਸ਼ਮੀ ਨੂੰ ਉਠਾ ਦਿੱਤਾ।
ਰਸ਼ਮੀ ਲਿਵਡ ਇਨ ਅ ਬਿਗ ਹਾਊਸ। ਰਸ਼ਮੀ ਇੱਕ ਵੱਡੇ ਘਰ ਵਿੱਚ ਰਹਿੰਦੀ ਹੈ। ਸ਼ੀ ਹੈਡ ਅ ਬਿਊਟੀਫੁਲ ਰੂਮ। ਉਸਦਾ ਇੱਕ ਸੋਹਣਾ ਕਮਰਾ ਹੈ। ਬਟ ਦ ਸਪੈਰੋ ਵਾਜ਼ ਟਰਾਈਂਗ ਟੂ ਮੇਕ ਨੈਸਟ ਇਨ ਹਰ ਰੂਮ। ਪਰ ਚਿੜੀ ਉਸਦੇ ਕਮਰੇ ਵਿੱਚ ਇੱਕ ਆਲ੍ਹਣਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਐਵਰੀ ਡੇ her mother would sweep the dry straws from her room. They make my room dirty, she would say. ਰੋਜ਼ ਉਸਦੇ ਮਾਤਾ ਜੀ ਉਸਦੇ ਕਮਰੇ ਵਿੱਚੋਂ ਸੁੱਕੀਆਂ ਤੀਲੀਆਂ ਨੂੰ ਇਕੱਠਾ ਕਰਦੇ ਸਨ। ਰਸ਼ਮੀ ਕਹਿੰਦੀ ਸੀ ਕਿ ਇਹ ਮੇਰੇ ਕਮਰੇ ਨੂੰ ਗੰਦਾ ਕਰਦੇ ਹਨ। But these straws are for their nest. Where will they lay eggs? ਰਸ਼ਮੀ used to ask. ਪਰ ਉਹ ਪੁੱਛਦੀ ਸੀ ਕਿ ਪਰ ਇਹ ਤੀਲੀਆਂ ਤਾਂ ਉਹਨਾਂ ਦਾ ਆਲ੍ਹਣਾ ਬਣਾਉਣ ਲਈ ਨੇ, ਉਹ ਕਿੱਥੇ ਅੰਡੇ ਦੇਣਗੀਆਂ। ਰਸ਼ਮੀ ਇਹ ਰੋਜ਼ ਪੁੱਛਦੀ ਸੀ। ਤਾਂ ਦੇਖੋ ਫਰੈਂਡਸ, ਆਪਣਾ ਹੁਣ ਇਹਨਾਂ ਦੇ ਆਪਣੇ ਪ੍ਰਸ਼ਨ ਉੱਤਰ ਆ ਗਏ। ਆਪਾਂ ਇਹਨਾਂ ਦੇ ਉੱਤਰ ਦੇਣੇ ਨੇ। ਕੁਐਸਚਨ ਨੰਬਰ 1, ਹੂ ਲਿਵਡ ਇਨ ਅ ਬਿਗ ਹਾਊਸ? ਮਦਰ, ਗਰਲ, ਰਸ਼ਮੀ, ਸਪੈਰੋ। ਫਰੈਂਡਸ, ਵੱਡੇ ਘਰ ਵਿੱਚ ਰਸ਼ਮੀ ਰਹਿੰਦੀ ਸੀ, ਤਾਂ ਆਪਣਾ ਆਪਸ਼ਨ ਸੀ ਰਸ਼ਮੀ ਬਿਲਕੁਲ ਸਹੀ ਹੈ। ਅੱਗੇ ਦੇਖੋ ਕੁਐਸਚਨ ਨੰਬਰ 2, where was the sparrow trying to make their nest? On tree, in the jungle, in the house, in Rashmi's room? फ्रेंड्स, अपना डी ऑप्शन इन रश्मीज रूम बिल्कुल सही है, क्योंकि जो चिड़ी सी ਉਹ ਰਸ਼ਮੀ ਦੇ ਕਮਰੇ ਵਿੱਚ ਆਲ੍ਹਣਾ ਬਣਾਉਣ ਦੀ ਸੋਚ ਰਹੀ ਸੀ। ਅੱਗੇ ਦੇਖੋ ਕੁਐਸਚਨ 3, what make the room dirty? Eggs, sparrow's nest, dry straws? फ्रेंड्स, अपना ऑप्शन सी ड्राई स्ट्रॉस बिल्कुल सही है, क्योंकि ਰਸ਼ਮੀ ਕਹਿੰਦੀ ਸੀ ਕਿ ਇਹ ਸੁੱਕੇ ਤੀਲੇ ਮੇਰੇ ਕਮਰੇ ਨੂੰ ਗੰਦਾ ਕਰ ਦਿੰਦੇ ਹਨ। ਅੱਗੇ ਦੇਖੋ ਕੁਐਸਚਨ ਨੰਬਰ 4, choose the pronoun in the sentence. The sparrow was trying to make a nest in her room. Make, trying, her room. फ्रेंड्स, ਆਪਾਂ ਨੂੰ ਪਤਾ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਪ੍ਰਨਾਉਨ ਨਹੀਂ ਹੈ, ਪਰ ਸੀ ਆਪਸ਼ਨ ਹਰ ਰਸ਼ਮੀ ਦੇ ਲਈ ਯੂਜ਼ ਕੀਤਾ ਗਿਆ ਹੈ, ਤਾਂ ਇਹ ਇੱਕ ਪ੍ਰਨਾਉਨ ਹੈ। ਤਾਂ ਆਪਣਾ ਸੀ ਆਪਸ਼ਨ ਹਰ ਬਿਲਕੁਲ ਸਹੀ ਹੈ। ਅੱਗੇ ਦੇਖੋ ਕੁਐਸਚਨ ਨੰਬਰ 5, ਚੂਜ਼ ਦ ਓਪੋਜ਼ਿਟ ਆਫ ਡਰਾਈ। ਹਾਰਡ, ਲਾਈਟ, ਵੈਟ। ਫਰੈਂਡਸ, ਆਪਣਾ ਆਪਸ਼ਨ ਸੀ ਵੈਟ ਬਿਲਕੁਲ ਸਹੀ ਹੈ, ਕਿਉਂਕਿ ਸੁੱਕੇ ਦਾ ਵਿਰੋਧੀ ਸ਼ਬਦ ਗਿੱਲਾ ਹੀ ਹੋਵੇਗਾ। ਅੱਗੇ ਦੇਖੋ ਆਪਣਾ ਵਿਸ਼ੇ ਹਿੰਦੀ। एक समय की बात है, किसी नदी में संकट और विकट नाम के दो हंस कम्बुभुवि के नामक कछुए के साथ रहते थे। एक बार उस क्षेत्र में अकाल पड़ गया और जल के सभी स्रोत, नदियाँ, झीलें तथा तालाब आदि सूख गए। पक्षी और जानवर प्यास के मारे दम तोड़ने लगे। तीनों मित्र आपस में बातें करते हुए कि इस समस्या के समाधान में का प्रयास करने के चक्कर में पानी की खोज में लगे रहते, परंतु उन्हें आपसी आसपास कहीं पानी नहीं मिला। तीनों मित्रों ने तय किया कि दूर स्थित कोई ऐसा जल स्रोत खोजा जाए जो हमेशा पानी से भरा रहता हो। दूर कहीं जाने के लिए एक समस्या थी। हंस तो आराम से उड़कर वहां जा सकते थे, लेकिन कछुए के इतनी दूरी तय कर पाना टेढ़ी घेर थी। फ्रेंड्स, इस ਪੈਰੇ ਵਿੱਚ ਆਪਾਂ ਨੂੰ ਦੱਸਿਆ ਗਿਆ ਹੈ ਕਿ ਥਾਂ ਤੇ ਅਕਾਲ ਪੈਣ ਲੱਗ ਗਏ। ਫਰੈਂਡਸ, ਆਪਾਂ ਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਪਾਣੀ ਨੂੰ ਸੋਚ ਸਮਝ ਕੇ ਹੀ ਵਰਤਣਾ ਚਾਹੀਦਾ ਹੈ। ਅੱਗੇ ਦੇਖੋ ਆਪਣਾ प्रश्न 1, नदी में संकट और विकेट के साथ कौन रहता था? हंस,
मछली, मगरमच्छ, कछुआ। फ्रेंड्स अपना उत्तर 4 कछुआ बिल्कुल सही है, क्योंकि उनके साथ एक कम्ब कम्बुवुवि नाम का एक कछुआ रहता था। आगे देखिए प्रश्न 2। नदी शब्द के लिए उपयुक्त बहुवचन चुने। नदियों, नदियों, नदियाँ। फ्रेंड्स हमारा ऑप्शन 3 ये नदियाँ बिल्कुल सही है। प्रश्न 3। जल का समानार्थक शब्द चुने। पवन, सलिल, वायु, पंकज। फ्रेंड्स अब पता है कि इन्हां विचों पवन, वायु ते पंकज हवा ਦੇ ਸਮਾਨਾਰਥਕ ਹਨ, ਜਦਕਿ ਆਪਣਾ ਦੂਜਾ ਆਪਸ਼ਨ ਸਲਿਲ ਜਲ ਦਾ ਸਹੀ ਸਮਾਨਾਰਥਕ ਸ਼ਬਦ ਹੈ। ਸਲਿਲ ਅਤੇ ਜਲ ਦੋਵਾਂ ਦਾ ਮਤਲਬ ਪਾਣੀ ਹੀ ਹੁੰਦਾ ਹੈ, ਤਾਂ ਆਪਣਾ ਆਪਸ਼ਨ 2 सलिल बिल्कुल सही है। आगे देखो प्रश्न 4। तीनों मित्रों ने किस विषय पर बात की। जल स्रोत, दूरी तय करने की, अकाल की, समस्या के समाधान की। फ्रेंड्स अपना उत्तर 4 समस्या के समाधान की बिल्कुल सही है, क्योंकि वो सब इस समस्या के समाधान की ही बात करते थे। प्रश्न 5। कछुए के लिए दूरी तय कर पाना टेढ़ी खीर था। इस वाक्य में टेढ़ी खीर का क्या अर्थ है। आसान, बहुत कठिन। फ्रेंड्स अपना उत्तर 2 बहुत कठिन बिल्कुल सही है, क्योंकि कछुए ਲਈ लंबी दूरी तय करना बहुत औखा सी। आगे देखो विषय वातावरण सिक्ख्या। प्रश्न 1। ਪ੍ਰਵਾਸੀ ਬੱਚਿਆਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਉਹਨਾਂ ਨੂੰ ਕਿਹੜੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਵਾਸੀ ਬੱਚਿਆਂ ਨੂੰ ਗੱਲ ਛੇਤੀ ਨਾਲ ਸਮਝ ਨਹੀਂ ਆਉਂਦੀ। ਫਰੈਂਡਸ ਇਹ ਬਿਲਕੁਲ ਸਹੀ ਹੈ। ਪ੍ਰਵਾਸੀ ਬੱਚਿਆਂ ਨੂੰ ਦੋਸਤ ਬਣਾਉਣ ਵਿੱਚ ਦਿੱਕਤ ਆਉਂਦੀ ਹੈ। ਫਰੈਂਡਸ ਇਹ ਵੀ ਬਿਲਕੁਲ ਸਹੀ ਹੈ, ਕਿਉਂਕਿ ਆਪਾਂ ਨੂੰ ਉਹਨਾਂ ਦੀ ਭਾਸ਼ਾ ਨਹੀਂ ਸਮਝ ਆਉਂਦੀ ਅਤੇ ਉਹਨਾਂ ਨੂੰ ਆਪਣੀ ਨਹੀਂ ਸਮਝ ਆਉਂਦੀ। ਪ੍ਰਵਾਸੀ ਬੱਚਿਆਂ ਲਈ ਪੜ੍ਹਾਈ ਕਰਨ ਵਿੱਚ ਬਹੁਤ ਮੁਸ਼ਕਿਲ ਆਉਂਦੀ ਹੈ। ਫਰੈਂਡਸ ਇਹ ਵੀ ਬਿਲਕੁਲ ਸਹੀ ਹੈ, ਕਿਉਂਕਿ ਪ੍ਰਵਾਸੀ ਬੱਚਿਆਂ ਲਈ ਉਹ ਵਿਸ਼ੇ ਜਿਵੇਂ ਕਿ ਕੋਈ ਬਿਹਾਰ ਦਾ ਬੱਚਾ ਪੰਜਾਬ ਵਿੱਚ ਆ ਕੇ ਪੜ੍ਹਾਈ ਕਰਨ ਲੱਗੇ ਤਾਂ ਉਹਨਾਂ ਨੂੰ ਬਿਹਾਰ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਸੀ, ਪਰ ਪੰਜਾਬ ਵਿੱਚ ਪੰਜਾਬੀ ਪੜ੍ਹਨੀ ਬਹੁਤ ਲਾਜ਼ਮੀ ਹੈ, ਤਾਂ ਉਹਨਾਂ ਨੂੰ ਇੱਥੇ ਪੜ੍ਹਾਈ ਕਰਨ ਵਿੱਚ ਮੁਸ਼ਕਿਲ ਆਵੇਗੀ। ਤਾਂ ਫਰੈਂਡਸ ਤਿੰਨੋਂ ਕਥਨ ਆਪਣੇ ਸਹੀ ਹਨ, ਤਾਂ ਇਸ ਦਾ ਇੱਕ ਹੀ ਮਤਲਬ ਬਣਦਾ ਹੈ ਕਿ ਆਪਣਾ ਆਪਸ਼ਨ ਚੌਥਾ ਉਪਰੋਕਤ ਸਾਰੇ ਕਥਨ ਠੀਕ ਹਨ, ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ 2। ਵਿਗਿਆਨਕ ਉન્નਤੀ ਕਾਰਨ ਬਹੁਤ ਸਾਰੇ ਕੰਮ ਮਸ਼ੀਨਾਂ ਰਾਹੀਂ ਹੋਣ ਲੱਗ ਪਏ ਹਨ, ਜਿਸ ਕਰਕੇ ਕੰਮ ਕਰਨ ਵਾਲਿਆਂ ਦੀ ਲੋੜ ਵੱਧ ਗਈ ਹੈ, ਕੰਮ ਕਰਨ ਵਾਲਿਆਂ ਦੀ ਲੋੜ ਘਟ ਰਹੀ ਹੈ। ਫਰੈਂਡਸ ਆਪਣਾ ਆਪਸ਼ਨ ਨੰਬਰ 2 ਕੰਮ ਕਰਨ ਵਾਲਿਆਂ ਦੀ ਲੋੜ ਘਟ ਰਹੀ ਹੈ ਬਿਲਕੁਲ ਸਹੀ ਹੈ, ਕਿਉਂਕਿ ਅੱਜ ਕੱਲ੍ਹ ਦੀਆਂ ਨਵੀਆਂ ਮਸ਼ੀਨਾਂ ਸਾਰੇ ਕੰਮ ਖੁਦ ਹੀ ਕਰ ਦਿੰਦੀਆਂ ਹਨ ਅਤੇ ਆਪਾਂ ਨੂੰ ਕਈ ਕੰਮਾਂ ਵਿੱਚ ਕਿਸੇ ਬੰਦੇ ਦੇ ਮਦਦ ਲੈਣ ਦੀ ਲੋੜ ਹੀ ਨਹੀਂ ਪੈਂਦੀ। ਅੱਗੇ ਦੇਖੋ ਪ੍ਰਸ਼ਨ ਨੰਬਰ 3। ਭਾਰਤ ਦੀ ਰਾਸ਼ਟਰੀ ਖੇਡ ਕਿਹੜੀ ਹੈ। ਕ੍ਰਿਕਟ, ਫੁੱਟਬਾਲ, ਹਾਕੀ, ਕਬੱਡੀ। ਫਰੈਂਡਸ ਆਪਣਾ ਆਪਸ਼ਨ 3 ਹਾਕੀ ਬਿਲਕੁਲ ਸਹੀ ਹੈ, ਕਿਉਂਕਿ ਭਾਰਤ ਦੀ ਰਾਸ਼ਟਰੀ ਖੇਡ ਹਾਕੀ ਹੈ। ਅੱਗੇ ਦੇਖੋ ਪ੍ਰਸ਼ਨ 4। ਇੱਕ ਵਿਅਕਤੀ ਦੱਸ ਰਿਹਾ ਸੀ ਕਿ ਉਹ 3 ਮੀਟਰ ਕੱਪੜੇ ਤੋਂ ਕੁੜਤਾ ਪਜਾਮਾ ਤਿਆਰ ਕਰ ਦਿੰਦਾ ਹੈ। ਇਹ ਵਿਅਕਤੀ ਲਿਲਾਰੀ ਹੋ ਸਕਦਾ ਹੈ, ਡਾਕਟਰ ਹੋ ਸਕਦਾ ਹੈ, ਮਿਸਤਰੀ ਹੋ ਸਕਦਾ ਹੈ ਜਾਂ ਦਰਜੀ ਹੋ ਸਕਦਾ ਹੈ। ਫਰੈਂਡਸ ਆਪਾਂ ਨੂੰ ਪਤਾ ਹੈ ਕਿ ਜੋ ਵਿਅਕਤੀ ਕੱਪੜੇ ਤਿਆਰ ਕਰਦਾ ਹੈ ਜਾਂ ਕੱਪੜੇ ਸਿਉਂਦਾ ਹੈ ਉਹ ਇੱਕ ਦਰਜੀ ਹੁੰਦਾ ਹੈ, ਤਾਂ ਆਪਣਾ ਆਪਸ਼ਨ 4 ਦਰਜੀ ਬਿਲਕੁਲ ਸਹੀ ਹੈ। ਅੱਗੇ ਦੇਖੋ ਪ੍ਰਸ਼ਨ 5। ਥਣਧਾਰੀ ਜੰਤੂਆਂ ਸੰਬੰਧੀ ਕਿਹੜਾ ਕਥਨ ਗਲਤ ਹੈ। ਥਣਧਾਰੀ ਜੰਤੂ ਜਿਵੇਂ ਕਿ ਗਊਆਂ ਅਤੇ ਮੱਝਾਂ ਜਿਨ੍ਹਾਂ ਦੇ ਥਣ ਹੁੰਦੇ ਹਨ, ਅਤੇ ਗਊਆਂ, ਮੱਝਾਂ, ਬੱਕਰੀਆਂ, ਅਤੇ ਆਪਾਂ ਉਹਨਾਂ ਦਾ
ਦੁੱਧ ਚੁੰਗ ਅਤੇ ਆਪਾਂ ਉਹਨਾਂ ਦਾ ਦੁੱਧ ਕੱਢਦੇ ਹਾਂ। ਪ੍ਰਸ਼ਨ 1 ਆਪਸ਼ਨ 1 ਥਣਧਾਰੀ ਜੰਤੂ ਅੰਡੇ ਦਿੰਦੇ ਹਨ। ਫਰੈਂਡਸ ਇਹ ਬਿਲਕੁਲ ਗਲਤ ਹੈ, ਕਿਉਂਕਿ ਥਣਧਾਰੀ ਜੰਤੂ ਕਦੇ ਵੀ ਅੰਡੇ ਨਹੀਂ ਦਿੰਦੇ। ਥਣਧਾਰੀ ਜੰਤੂਆਂ ਦੇ ਸਰੀਰ ਉੱਪਰ ਵਾਲ ਹੁੰਦੇ ਹਨ। ਫਰੈਂਡਸ ਆ ਬਿਲਕੁਲ ਸਹੀ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਗਊਆਂ ਅਤੇ ਮੱਝਾਂ ਦੇ ਉੱਤੇ ਵਾਲ ਹੁੰਦੇ ਹਨ। ਥਣਧਾਰੀ ਜੰਤੂ ਆਪਣੇ ਬੱਚਿਆਂ ਦੀ ਦੇਖਭਾਲ ਕਰਦੇ ਹਨ। ਫਰੈਂਡਸ ਇਹ ਵੀ ਬਿਲਕੁਲ ਸਹੀ ਹੈ। ਥਣਧਾਰੀ ਜੰਤੂਆਂ ਦੇ ਬਾਹਰੀ ਕੰਨ ਹੁੰਦੇ ਹਨ। ਫਰੈਂਡਸ ਇਹ ਵੀ ਬਿਲਕੁਲ ਸਹੀ ਹੈ, ਕਿਉਂਕਿ ਥਣਧਾਰੀ ਜੰਤੂਆਂ ਦੇ ਕੰਨ ਬਾਹਰ ਨੂੰ ਹੀ ਹੁੰਦੇ ਹਨ। ਤਾਂ ਆਪਣਾ ਥਣਧਾਰੀ ਜੰਤੂ ਅੰਡੇ ਦਿੰਦੇ ਹਨ ਸਾਰਿਆਂ ਤੋਂ ਗਲਤ ਹੈ। ਤਾਂ ਇਸ ਹਿਸਾਬ ਨਾਲ ਆਪਣਾ ਉੱਤਰ ਆਪਸ਼ਨ ਨੰਬਰ 1 ਥਣਧਾਰੀ ਜੰਤੂ ਅੰਡੇ ਦਿੰਦੇ ਹਨ ਬਿਲਕੁਲ ਸਹੀ ਹੈ। ਤਾਂ ਫਰੈਂਡਸ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਅਤੇ ਖੁਦ ਵੀ ਆਪਣੇ ਵੱਲੋਂ ਪ੍ਰਸ਼ਨ ਬਣਾ ਕੇ ਪੈਸ ਪ੍ਰੀਖਿਆ ਵਿੱਚ ਸੋਹਣੇ ਸੋਹਣੇ ਨੰਬਰ ਲਵੋਗੇ। ਠੀਕ ਹੈ ਫਰੈਂਡਸ, ਓਕੇ ਬਾਏ, ਹੈਵ ਅ ਨਾਈਸ ਡੇ।